सतनाम। धन वाहेगुरु साहिब जी। एक दूजी पौ लख होवे, लख होवै लख वीस। लख लख गेड़ा आखिए, एक नाम जगदीश। एत राह पत पवड़िया, चढ़िए हुए 21। सुन गल्लां आकाश की, कीटा आई रीस। नानक नदरी पाइए, कूड़ी कूड़े ठीस। परम सत्कारयोग चवर छत्र तख्त दे मालक वाली कुल आलम शब्द गुरु धन श्री गुरु ग्रंथ साहिब जी की पावन गोद अंदर सुभाईमान गुरु रूप प्यारी साध संत जी वडभागे हाँ। निता प्रति गुरु दरबार विच हाजरियां भर के ਅੰਮ੍ਰਿਤਮਈ ਕੀਰਤਨ ਦੇ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰਚਿਤ ਕਰਦੇ ਹਾਂ। ਲੜੀਵਾਰ ਜਪਜੀ ਸਾਹਿਬ ਦੀ ਕਥਾ ਅਸੀਂ ਸਰਵਣ ਕਰ ਰਹੇ ਹਾਂ। ਅੱਜ ਦਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਬਖਸ਼ਿਆ ਹੈ, 32ਵੀਂ ਪੌੜੀ ਜੋ ਅੱਜ ਆਰੰਭ ਹੋਈ ਹੈ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਰਹਿਮਤ ਕਰਨ, ਬਲ ਤੇ ਉਦਮ ਸਮੱਤ ਬਖਸ਼ ਕੇ ਆਪਣੀਆਂ ਵਿਚਾਰਾਂ ਆਪ ਕਰਵਾ ਲੈਣ। ਆਓ ਰਲ ਕੇ ਗੁਰੂ ਪਾਸੋਂ ਅਸੀਸ ਬਖਸ਼ਿਸ਼ ਪ੍ਰਾਪਤ ਕਰੀਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨੂੰ ਕਿਹਾ ਜੀ ਸਾਊਂਡ ਸਹੀ ਕਰ ਦਿਆਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਜ਼ਿਕਰ ਕਰਦੇ ਹਨ ਉਸ ਪਰਮਾਤਮਾ ਦੀ ਵਡਿਆਈ ਕਿ ਪਰਮਾਤਮਾ ਇਸ ਸੰਸਾਰ ਦੇ ਉੱਤੇ ਜਿਹੜਾ ਸਭ ਤੋਂ ਉੱਚਾ ਹੈ, ਜਿਹੜਾ ਗਿਣਤੀਆਂ ਮਿਣਤੀਆਂ ਦੇ ਵਿੱਚ ਨਹੀਂ ਆਉਂਦਾ, ਤੇ ਉਸ ਪਰਮਾਤਮਾ ਨੂੰ ਪਾਉਣ ਵਾਸਤੇ ਉਹਦੀ ਨਜ਼ਰ ਚਾਹੀਦੀ ਹੈ, ਰਹਿਮਤ ਚਾਹੀਦੀ ਹੈ। ਇਹਦਾ ਕੇਂਦਰੀ ਭਾਵ ਜੋ ਹੈ ਨਾ ਇਸ ਪੌੜੀ ਦਾ, ਉਹ ਅਖੀਰਲੀ ਪੰਕਤੀ ਦੇ ਵਿੱਚ ਹੈ, ਨਾਨਕ ਨਦਰੀ ਪਾਈ ਹੈ। ਕਿੱਦਾਂ ਪਾਇਆ ਜਾਂਦਾ ਹੈ ਪਰਮਾਤਮਾ ਨੂੰ? ਉਹਦੀ ਨਜ਼ਰ ਦੇ ਨਾਲ, ਉਹਦੀ ਰਹਿਮਤ ਦੇ ਨਾਲ। ਅਸੀਂ ਪਿਛਲੇਰੀਆਂ ਪੌੜੀਆਂ ਦੇ ਅੰਦਰ ਵੀ ਪਰਮਾਤਮਾ ਦੀ ਬੇਅੰਤਤਾ ਦਾ, ਪਰਮਾਤਮਾ ਦੇ ਗੁਣਾਂ ਦਾ, ਪਰਮਾਤਮਾ ਦੀ ਵਡਿਆਈ ਦਾ ਜ਼ਿਕਰ ਅਸੀਂ ਕੀਤਾ ਸੀ, ਸਰਵਣ ਕੀਤਾ ਹੈ ਕਿ ਉਹ ਬੇਅੰਤ ਹੈ। ਗੁਰੂ ਸਾਹਿਬ ਤੇ ਇਹ ਬਖਸ਼ਿਸ਼ ਕਰਦੇ ਨੇ ਕਿ ਉਹ ਪਰਮਾਤਮਾ, ਉਹਦੀ ਨਜ਼ਰ ਨਾ ਹੋਵੇ ਤੇ ਇਸ ਸੰਸਾਰ ਦੇ ਉੱਤੇ ਉਹ ਬਲਵਾਨ, ਤਾਕਤਵਾਨ, ਸੰਸਾਰ ਦੇ ਉੱਤੇ ਸਾਰੇ ਸੰਸਾਰ ਨੂੰ ਜਿੱਤਣ ਵਾਲੇ ਵੀ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਪਲ ਵਿੱਚ ਉਹਦੀ ਨਜ਼ਰ ਨਾ ਹੋਵੇ ਤੇ ਉਹ ਉਹਨਾਂ ਨੂੰ ਕੰਗਾਲ ਕਰ ਦਿੰਦਾ ਹੈ। ਨਦਰ ਪੱਠੀ ਜੇ ਕਰੇ, ਸੁਲਤਾਨਾ ਕਾਹੂ ਕਰਾਇੰਦਾ। ਜੇ ਉਹਦੀ ਨਜ਼ਰ ਉਪੱਠੀ ਹੋ ਜਾਵੇ, ਜੇ ਉਹਦੀ ਨਿਗਾਹ ਸਵੱਲੀ ਨਹੀਂ, ਤੇ ਉਹ ਵੱਡੇ ਵੱਡੇ ਜਿਹੜੇ ਸੁਲਤਾਨ ਨੇ, ਜਿਨ੍ਹਾਂ ਨੇ ਸਾਰੀ ਧਰਤੀ ਨੂੰ ਜਿੱਤ ਲਿਆ ਹੋਵੇ, ਉਹਨਾਂ ਨੂੰ ਵੀ ਇਸ ਸੰਸਾਰ ਦੇ ਉੱਤੇ ਕੰਗਾਲ ਕਰ ਦਿੰਦਾ ਹੈ।
पर जे ਉਹਦੀ ਨਜ਼ਰ ਹੋ ਜਾਵੇ, ਨਾਨਕ ਇਸ ਸੰਸਾਰ ਦੇ ਉੱਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਪਰਮਾਤਮਾ ਜਦੋਂ ਰਹਿਮਤ ਕਰਦਾ ਹੈ ਤੇ ਨਜ਼ਰੋਂ ਨਜ਼ਰ ਨਿਹਾਲ ਕਰਕੇ ਆਪਣੇ ਸਿੱਖ ਨੂੰ ਨਿਵਾਜਦਾ ਹੈ, ਆਪਣੇ ਸੇਵਕ ਨੂੰ ਰਹਿਮਤਾਂ ਕਰਕੇ ਨਿਵਾਜਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਧਰਤੀ ਦੇ ਉੱਤੇ ਉਸ ਪਰਮਾਤਮਾ ਦੀ ਨਜ਼ਰ ਤੋਂ ਬਗੈਰ ਹੋਰ ਸਭ ਕੂੜ ਹੈ, ਸਾਰਾ ਕੁਝ ਕੂੜ ਹੈ, ਕਿਉਂਕਿ ਇਸ ਧਰਤੀ ਦੇ ਉੱਤੇ ਉਹਦਾ ਨਾਮ ਹੀ ਸੱਚਾ ਹੈ। ਨਾਨਕ ਨਦਰੀ ਪਾਈ ਹੈ, ਬਾਕੀ ਕੀ ਹੈ? ਕੂੜ ਹੈ, ਕੂੜੀ ਠੀਸ। ਤੇ ਹੁਣ ਉਸ ਪਰਮਾਤਮਾ ਨੂੰ, ਜਿਸ ਪਰਮਾਤਮਾ ਦੀ ਨਜ਼ਰ ਦੇ ਨਾਲ, ਰਹਿਮਤ ਦੇ ਨਾਲ ਅਸੀਂ ਉਹਦੇ ਨਾਲ ਜੁੜ ਸਕਦੇ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਮਾਲ ਕਰ ਦਿੱਤੀ। ਅਸੀਂ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹਾਂ ਨਾ, ਇੱਕ ਇੱਕ ਪੌੜੀ। ਹੁਣ ਇੱਥੇ ਪੌੜੀ ਦੀ ਗੱਲ ਵੀ ਆਉਣੀ ਜੇ, ਇਹ 38 ਪੌੜੀਆਂ ਨਾ, ਤੇ 38 ਪੌੜੀਆਂ ਦੀ ਵਿਚਾਰ ਕਰਦਿਆਂ ਕਰਦਿਆਂ ਮਨੁੱਖ ਸੱਚਖੰਡ ਦੇ ਵਿੱਚ ਨਿਵਾਸ ਕਰ ਜਾਂਦਾ, ਸੱਚਖੰਡ ਦੀ ਉਪਾਧੀ ਮਿਲਦੀ ਹੈ। ਉਹ ਆਪਣੇ ਸੇਵਕ ਨੂੰ ਬਖਸ਼ਿਸ਼ ਕਰਦਾ ਹੈ, ਉਹ ਨਜ਼ਰੋਂ ਨਜ਼ਰ ਨਿਹਾਲ ਹੋ ਜਾਂਦਾ। ਇੱਕ ਇੱਕ ਪੌੜੀ ਪੜ੍ਹਦੇ ਆਏ ਹਾਂ। ਸੋਚੈ ਸੋਚ ਨਾ ਹੋਵੇ, ਹੁਕਮੀ ਹੋਣ ਆਕਾਰ, ਗਾਵੈ ਕੋ ਤਾਣ। ਵੇਖੋ ਇੱਕ ਇੱਕ ਪੌੜੀ ਅਸੀਂ ਨਾ ਚੜ੍ਹਦੇ ਆ ਰਹੇ ਹਾਂ। ਪਹਿਲਾਂ ਜਿਹੜੇ ਧਰਤੀ ਦੇ ਉੱਤੇ ਪਖੰਡ ਸਨ ਉਹਨਾਂ ਦਾ ਖੰਡਨ ਕੀਤਾ, ਫਿਰ ਉਹਦੇ ਪ੍ਰਮਾਤਮਾ ਦੇ ਹੁਕਮ ਦੀ ਵਡਿਆਈ ਕੀਤੀ, ਫਿਰ ਉਹਨੂੰ ਗਾਉਣ ਵਾਲਿਆਂ ਦੀ ਵਡਿਆਈ ਕੀਤੀ ਕਿ ਇੱਥੇ ਤੇ ਅਣਗਿਣਤੀ ਨੇ ਜਿਹੜੇ ਉਹਨੂੰ ਗਾ ਰਹੇ ਨੇ। ਫਿਰ ਉਹਦੀ ਬੇਅੰਤਤਾ। ਮੈਂ ਇੱਕ ਇੱਕ ਪੌੜੀ ਦੁਬਾਰਾ ਨਾ ਦੁਹਰਾਵਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਮਾਲ ਕਰ ਦਿੱਤੀ ਜਪਜੀ ਸਾਹਿਬ ਦੇ ਅੰਦਰ। ਐਵੇਂ ਨਹੀਂ ਆਖਿਆ ਕਿ ਸਮੁੱਚੇ ਗੁਰੂ ਗ੍ਰੰਥ ਦਾ ਜਿਹੜਾ ਭਾਵ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦਾ ਭਾਵ ਹੈ ਉਹ ਜਪਜੀ ਸਾਹਿਬ ਹੈ। ਅਤੇ ਜਪਜੀ ਸਾਹਿਬ ਦਾ ਭਾਵ ਜਿਹੜਾ ਉਹ ਇਹ ਮੂਲ ਮੰਤਰ ਜਿਹੜਾ ਸਮੋਇਆ ਹੋਇਆ ਗਿਆਨ ਦਾ ਸਾਗਰ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਦੀ ਇਸ ਪੌੜੀ ਵਿੱਚ ਕਮਾਲ ਹੀ ਕਰ ਦਿੱਤੀ। ਕਹਿੰਦੇ ਇਸ ਸੰਸਾਰ ਦੇ ਉੱਤੇ ਸਾਡੇ ਕੋਲ ਤਾਂ ਇੱਕ ਹੀ ਜ਼ਬਾਨ ਹੈ ਨਾ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜੇ ਇੱਕ ਦੂ ਜੀ ਭਾਓ, ਇੱਕ ਤੋਂ ਵੱਧ, ਇੱਕ ਦੂ ਜੀ ਭਾਓ ਲੱਖ ਹੋਵੇ, ਇੱਕ ਤੋਂ ਦੋ ਅਤੇ ਦੋ ਤੋਂ ਵੱਧ, ਇੱਕ ਦੂ ਜੀ ਭਾਓ ਲੱਖ ਹੋਏ, ਇੱਕ ਤੋਂ ਲੱਖ ਹੋ ਜਾਣ ਜ਼ਬਾਨਾਂ, ਲੱਖ ਹੋਏ, ਲੱਖਾਂ ਹੋਣ ਤੇ ਲੱਖ 20, 1 ਲੱਖ ਤੋਂ 20 ਲੱਖ, 1 ਲੱਖ ਜ਼ਬਾਨ ਹੋਵੇ, ਭਾਵ ਸਾਡੀ ਇੱਕ ਜ਼ਬਾਨ ਤੋਂ 1 ਲੱਖ ਜ਼ਬਾਨ ਹੋ ਜਾਵੇ, ਤੇ 1 ਲੱਖ ਦੀ ਜਗ੍ਹਾ 'ਤੇ 20 ਲੱਖ, ਇੱਕ ਦੂਜੀ ਪੋ ਲੱਖ ਹੋਵੇ, ਲੱਖ ਹੋਵੇ ਲੱਖ 20, ਅਤੇ ਫਿਰ ਉਹਨਾਂ 20 ਲੱਖ ਜ਼ਬਾਨਾਂ ਦੇ ਨਾਲ ਲੱਖ ਲੱਖ ਗੇੜਾ ਆਖੀਐ। ਗੇੜਾ ਵਾਰ-ਵਾਰ ਅਸੀਂ ਕਹਿੰਦੇ ਨਾ ਇਹ ਗੱਡੀ ਨੇ 5-7 ਗੇੜੇ ਲਾਏ, ਵਾਰ-ਵਾਰ ਉਹ ਮਤਲਬ ਗੱਡੀ ਚੱਲਦੀ ਹੈ। ਇਹ ਆਦਮੀ 20 ਗੇੜੇ ਲਾ ਗਿਆ ਇਸ ਗੁਰਦੁਆਰੇ ਦੇ ਸਾਹਮਣੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ 20 ਲੱਖ ਜ਼ਬਾਨਾਂ ਦੇ ਨਾਲ ਲੱਖ ਲੱਖ ਗੇੜਾ, 20 ਲੱਖ ਜ਼ਬਾਨਾਂ ਦੇ ਨਾਲ ਫਿਰ ਲੱਖ ਲੱਖ ਵਾਰੀ, ਭਾਵ 20 ਲੱਖ ਜ਼ਬਾਨਾਂ ਨੇ ਉਹਦੇ ਨਾਲ ਫਿਰ ਲੱਖ ਲੱਖ, ਇੱਕ ਜ਼ਬਾਨ ਦੇ ਨਾਲ ਲੱਖ ਲੱਖ ਵਾਰ ਉਸ ਪਰਮਾਤਮਾ ਦੀ ਸਲਾਹ ਕੀਤੀ ਜਾਏ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਇਸੇ ਬਾਣੀ ਦੇ ਅੰਦਰ ਇਹ ਬਖਸ਼ਿਸ਼ ਕਰਦੇ ਨੇ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਪਰਮਾਤਮਾ ਇੰਨਾ ਵੱਡਾ ਹੈ। ਅਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜੇ 20 ਲੱਖ ਜ਼ਬਾਨਾਂ ਦੇ ਨਾਲ 1 ਲੱਖ ਵਾਰ ਵੀ ਤੂੰ ਨਾਮ ਜਪੇ ਨਾ, ਏਕ ਨਾਮ ਜਗਦੀਸ਼,
ਇੱਥੇ ਇੱਕ ਉਦਾਹਰਨ ਹੋਰ ਹੈ ਜਿਹੜੀ ਇਸ ਬਾਣੀ ਦੇ ਵਿੱਚ ਸਮੋਈ ਹੋਈ ਹੈ। ਗੁਰੂ ਨੇ ਬੜੀਆਂ ਰਮਜ਼ਾਂ ਜਪ ਬਾਣੀ ਦੇ ਅੰਦਰ ਜਿਹੜੀਆਂ ਨੇ ਉਹ ਸਮੋਈਆਂ ਹੋਈਆਂ ਨੇ। ਇੱਕ ਤੇ ਇਹ ਗੱਲ ਆਖੀ ਹੈ ਕਿ ਉਸ ਇੱਕ ਨਾਮ ਦਾ ਜੇ ਇੱਕ ਜ਼ਬਾਨ ਦੇ ਨਾਲ 1 ਲੱਖ ਵਾਰ ਜਾਪ ਕੀਤਾ ਜਾਵੇ ਤੇ 20 ਲੱਖ ਵਾਰ ਉਹਨੂੰ ਦੁਹਰਾਇਆ ਜਾਏ ਨਾ, ਤੇ ਉਹਦੀ ਬੇਅੰਤਤਾ ਦਾ ਜਿਹੜਾ ਵਾ ਉਹ ਜ਼ਿਕਰ ਨਹੀਂ ਕੀਤਾ ਜਾ ਸਕਦਾ। ਦੂਸਰਾ ਭਾਵ ਅਰਥ ਇਹ ਹੈ ਕਿ ਸੰਸਾਰ ਦੇ ਉੱਤੇ ਅਣਗਿਣਤ ਲੋਕ ਸਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਹੇਠ ਅਣਗਿਣਤ ਪਰਮਾਤਮਾ ਦੇ ਜਿਹੜੇ ਸਨ ਉਹ ਮੰਦਰ ਬਣਾ ਲਏ, ਪਰਮਾਤਮਾ ਦੇ ਘਰ ਬਣਾ ਲਏ, ਪਰਮਾਤਮਾ ਦੇ ਰੂਪ ਦੇਵਤੇ ਬਣਾ ਲਏ, ਜਿਨ੍ਹਾਂ ਨੂੰ 33 ਕਰੋੜ ਦੇਵੀ ਦੇਵਤਿਆਂ ਦਾ ਨਾਮ ਦਿੱਤਾ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਇਹ ਵੀ ਭਾਵ ਅਰਥ ਕੀਤਾ ਕਿ 33 ਕਰੋੜ ਦੇਵੀ ਦੇਵਤੇ ਹੋਣ, ਉਹਨਾਂ ਨੂੰ ਜਪਣ ਵਾਲੇ ਜਿਹੜੇ ਨੇ ਉਹ ਅਣਗਿਣਤ ਨੇ, ਅਣਗਿਣਤ ਉਹਨੂੰ ਜਪਦੇ ਪਏ ਨੇ, ਵੱਖ-ਵੱਖ ਨਾਮਾਂ ਦੇ ਨਾਂ ਦੇ ਨਾਲ ਜਪਦੇ ਪਏ ਨੇ। ਇਹ ਦੂਜਾ ਭਾਵ ਅਰਥ ਹੈ ਕਿ ਅਣਗਿਣਤ ਲੋਕ ਕੋਈ ਉਹਨੂੰ ਰਾਮ, ਰਹੀਮ, ਕਰੀਮ ਹਰ ਇੱਕ ਉਹਨੂੰ ਜਪਦਾ ਪਿਆ, ਵੱਖ-ਵੱਖ ਦੇਵੀ ਦੇਵਤੇ ਬਣਾ ਕੇ ਉਹਨੂੰ ਜਪਦਾ ਪਿਆ, ਉਹਦੀ ਆਰਾਧਨਾ ਕਰਦਾ ਪਿਆ। ਲੱਖਾਂ ਵਾਰ, ਕਰੋੜਾਂ ਵਾਰ ਉਸ ਪਰਮਾਤਮਾ ਦਾ ਵੱਖ-ਵੱਖ ਰੂਪਾਂ ਵਿੱਚ ਨਾਮ ਲਿਆ ਜਾਵੇ, ਪਰ ਅਸਲ ਵਿੱਚ ਉਹਦਾ ਨਾਮ ਇੱਕ ਹੀ ਹੈ, ਏਕ ਨਾਮ ਜਗਦੀਸ਼। ਜਿੰਨੇ ਮਰਜ਼ੀ ਕੋਈ ਨਾਮ ਲਈ ਜਾਵੇ, ਜਿੰਨੇ ਮਰਜ਼ੀ ਕੋਈ ਦੇਵੀ ਦੇਵਤੇ ਬਣਾ ਲਏ, ਅਸਲ ਵਿੱਚ ਉਹ ਪਰਮਾਤਮਾ ਇੱਕ ਹੈ। ਫਿਰ ਇੱਥੇ ਇਸੇ ਪੌੜੀ ਦੀ ਵਿਚਾਰ ਇੱਕ ਓਂਕਾਰ, ਇੱਥੋਂ ਹੀ ਆਰੰਭ ਹੋਈ ਨਾ। ਮੂਲ ਮੰਤਰ ਸਮੁੱਚੀ ਜਪਜੀ ਸਾਹਿਬ ਦਾ ਭਾਵ ਅਰਥ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹਦਾ ਸਮੁੱਚਾ ਭਾਵ ਅਰਥ ਜਿਹੜਾ ਵਾ ਉਹ ਜਪਜੀ ਸਾਹਿਬ ਹੈ। ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਕਮਾਲ ਕਰ ਦਿੱਤੀ ਨਾ, ਜਪਣ ਵਾਲੇ ਲੱਖਾਂ ਨੇ ਪਰ ਉਹਦਾ ਨਾਮ ਇੱਕ ਹੈ। ਜਪਣ ਵਾਲਿਆਂ ਨੇ ਅਨੇਕਾਂ ਜਿਹੜੇ ਨੇ ਉਹਦੇ ਕੀਰਤਮ ਨਾਮ ਕਥੇ ਤੇਰੀ ਜੇਬਾ, ਜਿਹੜੇ ਉਹਦੇ ਕਿਰਤ ਜੋ ਉਹ ਕਰ ਰਿਹਾ ਹੈ ਉਹਦੇ ਨਾਵਾਂ ਦੇ ਉੱਤੇ ਪ੍ਰਮਾਤਮਾ ਦੇ ਮੰਦਰ ਸੱਜ ਗਏ। ਜਪਣ ਵਾਲੇ ਵੀ ਅਣਗਿਣਤ ਨੇ ਤੇ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਹੈ ਇੱਕ ਹੀ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਸਤਿਗੁਰੂ ਜੀ ਅਗਲੀ ਪੌੜੀ ਵਿੱਚ, ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਏਤ ਰਾਹ ਪਤ ਪਵੜੀਆਂ ਚੜ੍ਹੀਏ ਹੋਏ 21। ਹੁਣ ਇਹ 38 ਪੌੜੀਆਂ ਨੇ ਜਪਜੀ ਸਾਹਿਬ ਦੇ ਵਿੱਚ, ਤੇ ਸਾਨੂੰ ਕਿੱਥੇ ਪਹੁੰਚਾਉਂਦੀਆਂ ਨੇ? ਸੱਚਖੰਡ। ਅੱਗੇ ਖੰਡ ਆਉਣੇ ਨੇ, ਸ਼ੁਰੂ ਹੋਣੇ ਨੇ ਖੰਡ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹਦੇ ਰਾਹ ਉੱਤੇ ਚੜ੍ਹਨ ਵਾਸਤੇ ਜਿਹੜੀ ਪੌੜੀ ਹੈ ਨਾ, ਮਨੁੱਖ ਕਦਮ ਧਰਦਾ ਹੈ, ਮਨੁੱਖ ਤੁਰਦਾ ਹੈ। ਅਣਗਿਣਤ ਲੋਕ ਉਹਦੇ ਦਰ ਦੇ ਉੱਤੇ ਜਾਣ ਦੀ ਲੋਚਾ ਰੱਖਦੇ ਨੇ, ਪਰ ਉਹੀ ਗੱਲ ਆ ਗਈ ਕਿ ਉਹਦੇ ਨਾਮ ਜਿਹੜੇ ਨੇ ਉਹ ਕੀਰਤਮ ਉਹਦੇ ਕੀਤੇ ਹੋਏ ਨਾਮਾਂ ਦੇ ਨਾਲ ਜੁੜ ਗਏ। ਕਿਸੇ ਨੇ ਸਨੀ ਦੇਵਤਾ ਬਣਾ ਲਿਆ, ਕਿਸੇ ਨੇ ਸੂਰਜ ਦੇ ਨਾਮ ਦੇ ਉੱਤੇ ਜਿਹੜਾ ਵਾ ਉਹ ਮੰਦਰ ਬਣਾ ਲਿਆ, ਕਿਸੇ ਨੇ ਚੰਦਰਮਾ ਦੀ ਪੂਜਾ ਸ਼ੁਰੂ ਕਰ ਦਿੱਤੀ, ਕਿਸੇ ਨੇ ਕੁਦਰਤ ਵੱਲ ਵੇਖ ਕੇ ਹਵਾ ਨੂੰ ਜਿਹੜਾ ਸੀ ਉਹਨੂੰ ਆਪਣਾ ਦੇਵਤਾ ਬਣਾ ਲਿਆ। ਮਤਲਬ ਪਰਮਾਤਮਾ ਦੇ ਅਣਗਿਣਤ ਨਾਮ ਬਣਾ ਲਏ ਤੇ ਇੱਥੇ ਰਹਿ ਗਏ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਅਨੇਕਾਂ ਇਸ ਰਸਤੇ ਦੇ ਉੱਤੇ ਤੁਰਨ ਵਾਸਤੇ, ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਸਤੇ ਇਸ ਪੌੜੀ ਦੇ ਉੱਤੇ ਜਿਹੜੇ ਨੇ ਚੜ੍ਹਨ ਲਈ ਤਿਆਰ ਹੋਏ ਨੇ। ਪਰ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਭਾਵ ਇਹ ਹੈ ਕਿ ਜਿਸ ਤਰ੍ਹਾਂ ਇੱਕ ਕੀੜਾ, ਧਰਤੀ 'ਤੇ ਕੀੜੇ ਤੁਰਦੇ ਆ ਨਾ, ਅਸੀਂ ਵੇਖਦੇ ਹਾਂ ਛੋਟੀਆਂ ਛੋਟੀਆਂ ਕੀੜੀਆਂ, ਕੀੜੇ, ਅਤੇ ਉਹ ਕੀੜੇ ਆਕਾਸ਼ ਦੇ ਵਿੱਚ ਵੇਖਣ ਮਨ ਤਾਂ ਨੂੰ ਪੰਛੀ ਉੱਡਦੇ ਨੇ, ਅਤੇ ਉਹਨਾਂ ਦੇ ਮਨ ਵਿੱਚ ਆਵੇ ਕਿ ਮੈਂ ਵੀ ਇਸ ਆਕਾਸ਼ ਦੇ ਵਿੱਚ ਉੱਡਣਾ,
ਤੇ ਕੀ ਉਹ ਉੱਡ ਸਕਦਾ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਕੇਵਲ ਮਨ ਦੇ ਵਿੱਚ ਹਾਵ ਭਾਵ ਲਿਆ ਸਕਦਾ ਕਿ ਮੈਂ ਇਸ ਧਰਤੀ ਤੋਂ ਉੱਡ ਕੇ ਆਕਾਸ਼ ਵਿੱਚ ਜਾਵਾਂ, ਪਰ ਉਹ ਕਰ ਨਹੀਂ ਸਕਦਾ ਕਿਉਂਕਿ ਉਹਨੂੰ ਉਹ ਖੰਭ ਨਹੀਂ ਲੱਗੀ। ਭਾਵ ਅਰਥ ਇਹ ਕਿ ਗੁਰੂ ਦਾ ਸਿੱਖ ਜਿਹੜਾ ਹੈ, ਜਦੋਂ ਤੱਕ ਉਹਨੂੰ ਨਾਮ ਬਾਣੀ ਦੇ ਖੰਭ ਨਹੀਂ ਲੱਗਦੇ, ਉਹ ਉਡਾਰੀਆਂ ਨਹੀਂ ਮਾਰਦਾ, ਚੁੱਭੀ ਨਹੀਂ ਮਾਰਦਾ ਗੁਰਬਾਣੀ ਦੇ ਅੰਦਰ, ਉਹ ਆਕਾਸ਼ ਵਿੱਚ ਮਨ ਨੂੰ ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਦੇ ਵਿੱਚ ਉਡਾਰੀਆਂ ਨਹੀਂ ਲਾਉਂਦਾ, ਉਹ ਪਰਮਾਤਮਾ ਤੱਕ ਕਿੱਦਾਂ ਆਪੜੇਗਾ? ਇਸ ਲਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਤਰ੍ਹਾਂ ਕੀੜੇ ਜਿਹੜੇ ਨੇ ਉਹ ਆਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਵਾਲਾ ਦੇਖ ਕੇ ਇਹ ਮਨ ਬਣਾ ਲੈਣ ਕਿ ਅਸੀਂ ਇਹਨਾਂ ਤੱਕ ਪਹੁੰਚ ਕੇ ਅਸੀਂ ਵੀ ਉਡਾਰੀਆਂ ਮਾਰਾਂਗੇ, ਉਹ ਨਹੀਂ। ਜਦੋਂ ਤੱਕ ਸਤਿਗੁਰੂ ਦੀ ਨਜ਼ਰੇ ਕਰਮ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ, ਕਿਉਂਕਿ ਨਾਨਕ ਨਦਰੀ ਪਾਈ ਹੈ ਕੂੜੈ ਕੂੜੀ ਠੀਸ। ਫਿਰ ਇੱਥੇ ਗੁਰੂ ਪਾਤਸ਼ਾਹ ਜੀ ਨੇ ਇਹਦਾ ਭਾਵ ਅਰਥ ਦੱਸ ਦਿੱਤਾ। ਫਿਰ ਮੈਂ ਬੇਨਤੀ ਕਰਾਂ, ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈ ਰੀਸ। ਆਕਾਸ਼ ਦੇ ਪੰਛੀਆਂ ਦੀ ਗੱਲ ਸੁਣ ਕੇ, ਆਕਾਸ਼ ਦੇ ਪੰਛੀਆਂ ਵੱਲ ਵੇਖ ਕੇ ਕੀੜੇ ਕਹਿੰਦੇ ਨੇ ਕਿ ਅਸੀਂ ਜਿਹੜਾ ਵਾ ਉਹ ਆਕਾਸ਼ ਵਿੱਚ ਉਡਾਰੀਆਂ ਮਾਰਨੀਆਂ ਨੇ, ਪਰ ਉਹ ਮਾਰ ਸਕਦੇ ਨੇ ਜਦੋਂ ਨਾਨਕ ਨਦਰੀ ਪਾਈ ਹੈ। ਜਦੋਂ ਉਹਦੀ ਨਜ਼ਰ ਹੁੰਦੀ ਹੈ ਤੇ ਫਿਰ ਤੇ ਉਹ ਪਰਮਾਤਮਾ ਜਿਹੜੇ ਨੇ ਪੰਛੀ ਘਾਹ ਖਾਣ ਵਾਲੇ, ਉਹਨਾਂ ਨੂੰ ਮਾਸਾਹਾਰੀ ਕਰ ਦਿੰਦਾ, ਅਤੇ ਜਿਹੜੇ ਮਾਸ ਖਾਣ ਵਾਲੇ ਨੇ ਉਹਨਾਂ ਨੂੰ ਘਾਹ ਖਾਣ ਦੇ ਲਾਇਕ ਬਣਾ ਦਿੰਦਾ। ਮਾਸ ਖਾਣ ਤੇ ਨਾ ਘਾਹ ਖਵਾਲੇ। ਜਿਹੜੇ ਮਾਸ ਖਾਂਦੇ ਨੇ, ਜਿਹੜੇ ਜਾਨਵਰ ਮਾਸਾਹਾਰੀ ਨੇ, ਉਹਨਾਂ ਨੂੰ ਘਾਹ ਦੇ ਉੱਤੇ ਲਿਆ ਕੇ ਰੱਖ ਦਿੰਦਾ ਹੈ, ਅਤੇ ਜਿਹੜੇ ਘਾਹ ਖਾਂਦੇ ਨੇ ਉਹਨਾਂ ਨੂੰ ਮਾਸ ਖਵਾਉਣ ਲਾ ਦਿੰਦਾ ਹੈ। ਉਹ ਪਰਮਾਤਮਾ ਵਿੱਚ ਇਹ ਤਾਕਤ ਹੈ। ਘਾਹ ਖਾਣ ਤੇ ਨਾ ਮਾਸ ਖਵਾਲੇ। ਸਤਿਗੁਰੂ ਨੇ ਇਹ ਬੜੀ ਬਖਸ਼ਿਸ਼ ਕੀਤੀ ਹੈ ਕਿ ਜਿਹਦੇ ਉੱਤੇ ਨਦਰ ਹੋਵੇ ਉਹੀ ਇਹ ਜਾਣਦਾ ਹੈ ਕਿ ਆਖਣ ਜੋਰ ਚੁੱਪੈ ਨਹਿ ਜੋਰ। ਕੀ ਤਾਕਤ ਹੈ ਮੇਰੇ ਅੰਦਰ? ਮੈਂ ਆਖ ਸਕਦਾ ਪਰਮਾਤਮਾ ਬਾਰੇ ਕੁਛ? ਮੈਂ ਹੰਕਾਰ ਕਰੀ ਬੈਠਾ ਕਿ ਮੈਂ ਕਥਾ ਕਰ ਰਿਹਾ ਜਪਜੀ ਸਾਹਿਬ ਦੀ, ਅਤੇ ਮੈਂ ਇਹਦੀ ਜਿਹੜੀ ਵਿਚਾਰ ਕਰ ਸਕਦਾ, ਇਹ ਮੇਰੀ ਭੁੱਲ ਹੈ। ਮਾਨੋ ਅਸੀਂ ਰੋਜ਼ਾਨਾ ਨਿਤਨੇਮ ਦੀ ਬਾਣੀ ਪੜ੍ਹ ਕੇ ਤੇ ਅਹੰਕਾਰ ਕਰ ਲਈਏ ਕਿ ਅਸੀਂ ਤੇ ਗੁਰੂ ਨੂੰ ਪਾ ਲਿਆ। ਨਹੀਂ, ਗੁਰੂ ਨੂੰ ਪਾਉਣਾ ਸੌਖਾ ਨਹੀਂ। ਗੁਰੂ ਲਈ ਤੇ ਆਪਣਾ ਮਨ ਵੇਚਣਾ ਪੈਂਦਾ। ਮਨ ਵੇਚੈ ਸਤਿਗੁਰੂ ਕੇ ਪਾਸ। ਅਸੀਂ ਮਨ ਨਹੀਂ ਵੇਚ ਸਕਦੇ। ਸਾਡਾ ਮਨ ਤੇ ਵਿਕਿਆ ਸਾਡੇ ਪਰਿਵਾਰ ਦੇ ਵਿੱਚ, ਸਾਡੇ ਕਾਰੋਬਾਰਾਂ ਦੇ ਵਿੱਚ। ਮਨ ਵੇਚਣ ਵਾਲਿਆਂ ਨੇ ਗੁਰੂ ਦੇ ਕੋਲੋਂ ਨਦਰੇ ਕਰਮ ਪਾਇਆ, ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਗਲ ਵਕੜੀ ਵਿੱਚ ਲੈ ਕੇ, ਜਿਹਨੇ ਆਪਣਾ ਮਨ ਵੇਚਿਆ ਉਹਨੂੰ ਬਾਬੇ ਬੁੱਢੇ ਦਾ ਖਿਤਾਬ ਦਿੱਤਾ। ਜਿਹਨੇ ਰਹਿਮਤ ਪਾਈ ਗੁਰੂ ਦੀ, ਉਹਨੂੰ ਗਲ ਵਕੜੀ ਵਿੱਚ ਤੇ ਲੈ ਕੇ ਆਪਣਾ ਰੂਪ ਬਣਾ ਲਿਆ। ਲੈਣੇ ਤੋਂ ਅੰਗਦ ਕੀਆ, ਭਾਈ ਲੈਣੇ ਨੂੰ ਅੰਗਦ ਬਣਾ ਲਿਆ, ਆਪਣਾ ਅੰਗ ਬਣਾ ਲਿਆ। ਇਹ ਹੈ ਜਿਹਨੇ ਮਨ ਵੇਚਿਆ, ਜਿਹਦੇ ਉੱਤੇ ਰਹਿਮਤ ਹੋਈ। ਅਤੇ ਫਿਰ ਰਹਿਮਤ ਹੋਈ, ਪੁਕਾਰ ਕੇ ਇਹ ਗੱਲ ਆਖੀ ਕਿ ਇਸ ਸੰਸਾਰ ਦੇ ਉੱਤੇ ਆਖਣ ਜੋਰ, ਮੇਰੇ ਵਿੱਚ ਤਾਕਤ ਨਹੀਂ, ਬਲ ਨਹੀਂ ਕਿ ਮੈਂ ਪਰਮਾਤਮਾ, ਉਸ ਪਰਮਾਤਮਾ ਦੀ ਵਡਿਆਈ ਕਰ ਸਕਾਂ, ਕਹਿ ਸਕਾਂ। ਚੁੱਪੈ ਨਹਿ ਜੋਰ। ਅਤੇ ਕੀ ਤਾਕਤ ਹੈ ਉਸ ਮਨੁੱਖ ਵਿੱਚ ਕਿ ਉਹ ਚੁੱਪ ਰਹਿ ਸਕੇ? ਹੁਣ ਸਾਡੇ ਮਨਾਂ ਵਿੱਚ ਖਿਆਲ ਆਵੇਗਾ ਅਸੀਂ ਬੈਠੇ ਹਾਂ ਸਾਰੇ ਚੁੱਪ ਹੀ ਹਾਂ, ਬੋਲਣ 'ਤੇ ਕੋਈ ਨਹੀਂ ਲੱਗਾ ਹੋਇਆ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਉਹ ਫਿਰ ਜਦੋਂ ਸੁਲਤਾਨਪੁਰ ਦੀ ਧਰਤੀ ਉੱਤੇ ਜਾ ਕੇ ਸੁਲਤਾਨਪੁਰ ਦੇ ਬਾਦਸ਼ਾਹ ਤੇ ਉੱਥੋਂ ਦੇ ਲੋਕਾਂ ਦੇ ਅੰਦਰ ਜਦੋਂ ਵਿਚਰਦਿਆਂ ਹੋਇਆਂ ਇਹ ਉਪਦੇਸ਼ ਦਿੰਦੇ ਨੇ ਕਿ ਮਨ ਜਿਹੜਾ ਵਾਕਈ ਇਹ ਚੰਚਲ ਹੈ, ਇਹ ਬੜੀਆਂ ਚਤਰਾਈਆਂ ਕਰਦਾ। ਮਸੀਤ ਵਿੱਚ ਜਾ ਕੇ ਨਵਾਜ਼ ਗੁਜ਼ਾਰੀ ਨਾ,
ਤੇ ਉਸ ਸਮੇਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਮਨ ਅਸੀਂ ਆਖ ਤੇ ਦਿੰਦੇ ਅਸੀਂ ਗੁਰੂ ਘਰ ਵਿੱਚ ਆਏ ਹਾਂ, ਪਰ ਸਾਡਾ ਮਨ ਜਿਹੜਾ ਵਾ ਉਹ ਸਾਡੇ ਵੱਸ ਤੋਂ ਪਰੇ ਹੈ, ਉਹ ਘਰਦਿਆਂ ਧੰਦਿਆਂ ਦੇ ਵਿੱਚ ਲੱਗਾ ਹੋਇਆ ਹੈ। ਇੱਥੇ ਜਿਹੜਾ ਵਿਚਾਰ ਭਾਵ ਹੈ ਨਾ, ਚੁੱਪੈ ਨਹਿ ਜੋਰ, ਮਨੁੱਖ ਚੁੱਪ ਨਹੀਂ ਕਰ ਸਕਦਾ, ਸਾਡੇ ਮਨ ਦੇ ਵਲਵਲੇ ਆ। ਜ਼ੁਬਾਨ ਤੇ ਸਾਡੀ ਚੁੱਪ ਹੈ, ਪਰ ਸਾਡਾ ਮਨ ਜਿਹੜਾ ਉਹ ਸਾਡੇ ਘਰ ਦੇ ਧੰਦਿਆਂ ਵਿੱਚ ਲੱਗਾ ਹੋਇਆ। ਚੁੱਪ ਹੈ, ਇਹਦੇ ਵਿੱਚ ਤਾਂ ਸ਼ੋਰ ਪਿਆ ਹੋਇਆ, ਸ਼ਰਾਬਾ ਪਿਆ ਹੋਇਆ, ਦੌੜਦਾ ਭੱਜਦਾ ਏ, ਦਹਿ ਦਿਸ ਧਾਉਂਦਾ ਏ, ਦੌੜਦਾ ਫਿਰਦਾ ਏ ਕਿ ਮੈਂ ਆਹ ਕਰ ਲਵਾਂ, ਛੇਤੀ ਸਮਾਪਤੀ ਹੋ ਜਾਵੇ ਮੇਰੇ ਘਰ ਦੇ ਕਾਰੋਬਾਰ। ਮਨ ਤੇ ਇਸ ਵਿੱਚ ਲਬਰੇਜ ਹੈ ਨਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿਸੇ ਵਿੱਚ ਤਾਕਤ ਨਹੀਂ ਕਿ ਉਹ ਆਪਣੇ ਆਪ ਨੂੰ ਚੁੱਪ ਰੱਖ ਸਕੇ, ਉਹਦੀ ਨਜ਼ਰ ਹੋਵੇ ਤੇ ਉਹ ਚੁੱਪ ਰਹਿ ਸਕਦਾ। ਨਾਨਕ ਨਦਰੀ ਪਾਈ ਹੈ। ਉਸੇ ਪੌੜੀ ਦਾ ਭਾਵ ਅੱਗੇ ਹੈ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਕੋਈ ਮੰਗ ਆਖੇ ਕਿ ਮੈਂ ਗੁਰੂ ਦੇ ਕੋਲੋਂ ਜ਼ੋਰ ਜ਼ਬਰਦਸਤੀ ਲੈ ਲਵਾਂ ਪਰਮਾਤਮਾ ਦੇ ਕੋਲੋਂ, ਕਿਸੇ ਵਿੱਚ ਉਹ ਤਾਕਤ ਨਹੀਂ ਕਿ ਉਹਦੇ ਕੋਲ ਖੋਹ ਲਏ। ਸੰਸਾਰ ਦੇ ਲੋਕਾਂ ਦੇ ਕੋਲੋਂ ਤੁਸੀਂ ਖੋਹ ਸਕਦੇ ਆ, ਚੋਰੀ ਕਰ ਸਕਦੇ ਆ, ਡਾਕਾ ਮਾਰ ਸਕਦੇ, ਪਰ ਪਰਮਾਤਮਾ ਦੇ ਘਰੋਂ ਕੋਈ ਖੋਹ ਨਹੀਂ ਸਕਦਾ। ਦੇਣ ਨਾ ਜ਼ੋਰ, ਕਿਸੇ ਨੂੰ ਦੇਣਾ। ਮੈਂ ਆਖਾਂ ਮੇਰੇ ਕੋਲ ਬਹੁਤ ਧਨ ਹੈ, ਕੱਲ੍ਹ ਵੀ ਵਿਚਾਰ ਕੀਤੀ ਸੀ ਆਨਲਾਈਨ ਕਲਾਸ ਦੇ ਵਿੱਚ ਮੈਂ, ਕਿ ਜੇ ਕੋਈ ਆਖੇ ਕਿ ਇਹ ਬਹੁਤ ਅਮੀਰ ਹੈ, ਇਹਦੇ ਕੋਲ ਧਨ ਬਹੁਤ ਹੈ, ਤੇ ਅਸੀਂ ਆਖਦੇ ਹਾਂ ਕਿ ਭਾਈ ਇਹ ਬੜਾ ਅਮੀਰ ਹੈ, ਇਹਦੇ ਕੋਲ ਬਹੁਤ ਧਨ ਹੈ, ਪਰ ਇਹ ਦਿਲ ਦਾ ਗਰੀਬ ਹੈ। ਭਾਵ ਇਹ ਕਿਸੇ ਨੂੰ ਦੇਣ ਲੱਗਿਆ ਹੱਥ ਘੁੱਟਦਾ, ਇਹ ਦਿਲ ਦਾ ਬਹੁਤ ਗਰੀਬ ਹੈ। ਮਾਇਆ ਇਹਦੇ ਕੋਲ ਬਹੁਤ ਹੈ, ਪਰ ਜਦੋਂ ਦੇਣ ਲੱਗਦਾ ਨਾ ਆਪਣੇ ਘਰ ਦੇ ਵਿੱਚ ਵੀ ਇੰਨਾ ਜ਼ਿਆਦਾ ਹੱਥ ਘੁੱਟ ਕੇ ਵਰਤਦਾ। ਧਨ ਬਹੁਤ ਹੈ ਪਰ ਇਹ ਖਰਚਦਾ ਨਹੀਂ, ਇਹ ਦਿਲ ਦਾ ਬਹੁਤ ਗਰੀਬ ਹੈ। ਤੇ ਕਿਸੇ ਕੋਲ ਧਨ ਨਾ ਹੋਵੇ, ਆਖਦੇ ਆ ਵੀ ਭਾਈ ਇਹਦੇ ਕੋਲ ਧਨ ਤਾਂ ਨਹੀਂ ਹੈ, ਪਰ ਇਹ ਦਿਲ ਦਾ ਬੜਾ ਅਮੀਰ ਹੈ। ਜਿੱਥੇ ਚਾਰ ਬੰਦੇ ਬੈਠੇ ਹੋਣ ਉੱਥੇ ਇਹ ਉਹਨਾਂ ਨੂੰ ਜਲ ਪਾਣੀ ਛਕਾ ਦਿੰਦਾ। ਸਤਿਗੁਰੂ ਜੀ ਕਹਿੰਦੇ ਕਿ ਕਿਸੇ ਵਿੱਚ ਤਾਕਤ ਨਹੀਂ ਕਿ ਉਹ ਕਿਸੇ ਨੂੰ ਵੰਡਦਾ ਫਿਰੇ। ਚੁੱਪੈ ਨਹਿ ਜੋਰ, ਮਾਫ਼ ਕਰਨਾ, ਦੇਣ ਨਾ ਜ਼ੋਰ, ਕਿਸੇ ਨੂੰ ਦੇਣ ਵਿੱਚ ਉਹਦੀ ਤਾਕਤ ਕੋਈ ਨਹੀਂ। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਹੁਣ ਕੋਈ ਆਖੇ ਮੈਂ ਆਪਣੀ ਉਮਰ ਵੱਡੀ ਕਰ ਲਵਾਂ, ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿਸੇ ਵਿੱਚ ਤਾਕਤ ਨਹੀਂ ਕਿ ਉਹ ਆਪਣੀ ਉਮਰ ਵਧਾ ਲਵੇ, ਆਪਣਾ ਜੀਵਨ ਵਧਾ ਲਵੇ, ਤੇ ਨਾ ਹੀ ਉਹਦੇ ਵਿੱਚ ਤਾਕਤ ਹੈ ਮਰਨ ਨਹਿ ਜੋੜ ਕਿ ਮੈਂ ਆਪਣੇ ਆਪ ਮਰ ਜਾਵਾਂ। ਜਦੋਂ ਪਰਮਾਤਮਾ ਦਾ ਹੁਕਮ ਪਿਆ, ਮਰਨ ਲਿਖਾਏ ਮੰਡਲ ਮੈਂ ਆਏ, ਜਦੋਂ ਜਿਹੜਾ ਲਿਖਿਆ ਹੋਇਆ ਲੇਖ ਹੈ ਉਦੋਂ ਹੀ ਮੌਤ ਆਉਣੀ ਹੈ। ਚਾਹੇ ਪਹਾੜ ਡਿੱਗ ਪੈਣ, ਪਰ ਉਹ ਆਪਣੇ ਸੇਵਕ ਨੂੰ, ਆਪਣੇ ਪੈਦਾ ਕੀਤੇ ਹੋਏ ਜੀਵ ਨੂੰ ਉਸ ਜਦੋਂ ਕੋਈ ਵੀ ਤੂਫਾਨ ਆਉਂਦਾ ਉਹਦੇ ਵਿੱਚ ਰੱਖ ਲੈਂਦਾ ਹੈ, ਆਪਣਾ ਹੱਥ ਦੇ ਕੇ ਰੱਖਦਾ ਹੈ। ਜ਼ੋਰ ਨਾ ਰਾਜ ਮਾਲ ਮਨ ਸੂਰ, ਮਨੁੱਖ ਦੇ ਕੋਲ ਰਾਜ ਹੋਵੇ, ਭਾਗ ਹੋਵੇ, ਮਾਲ ਧਨ ਹੋਵੇ, ਉਹਦੇ ਵਿੱਚ ਤਾਕਤ ਨਹੀਂ ਕਿ ਉਹ ਉਹਦੀ ਸੰਸਾਰ ਦੇ ਵਿੱਚ ਪੈਦਾਇਸ਼ ਕਰ ਸਕੇ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਕੋਈ ਸੁਰਤ ਦੇ ਬਲ ਸਦਕਾ, ਤਾਕਤ ਸਦਕਾ ਇਹ ਆਖੇ ਕਿ ਮੈਂ ਗਿਆਨ ਦੇ ਸਹਾਰੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰ ਸਕਦਾ, ਨਹੀਂ। ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਕੋਈ ਐਸੀ ਜੁਗਤੀ ਨਹੀਂ ਕਿ ਸੰਸਾਰ ਜਿਹੜਾ ਵਾ ਬੰਧਨਾਂ ਤੋਂ ਛੁਟਕਾਰਾ ਪਾ ਸਕੇ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੈ, ਤਾਕਤ ਹੈ ਨਾ, ਅਸਲ ਵਿੱਚ ਉਹੀ ਕਰਦਾ ਹੈ। ਕਰ ਵੇਖੈ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੈ ਨਾ, ਤਾਕਤ ਹੈ, ਭਾਵ ਉਹੀ ਪਰਮਾਤਮਾ, ਉਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਉਹੀ ਇਹਨਾਂ ਨੂੰ ਵੇਖਦਾ ਹੈ, ਹੋਰ ਕਿਸੇ ਵਿੱਚ ਤਾਕਤ ਨਹੀਂ। ਨਾਨਕ ਉੱਤਮ ਨੀਚ ਨਾ ਕੋਇ। ਇਹ ਭਾਈ ਇਸ ਸੰਸਾਰ ਦੇ ਉੱਤੇ, ਧਰਤੀ ਦੇ ਉੱਤੇ ਕੋਈ ਉੱਚਾ ਤੇ ਕੋਈ ਨੀਵਾਂ ਨਹੀਂ, ਸਾਰੇ ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਹਨ। ਉਸ ਪਰਮਾਤਮਾ ਨੇ ਸਾਰਿਆਂ ਨੂੰ ਬਣਾਇਆ ਹੋਇਆ ਹੈ। ਅਸੀਂ ਰੰਗ ਭੇਦ ਜਾਤ ਪਾਤ ਦਾ ਜਿਹੜਾ ਸੰਸਾਰ ਦੇ ਉੱਤੇ ਵਖਰੇਵਾਂ ਪਾਇਆ ਹੋਇਆ ਨਾ, ਇਹ ਧਨ ਕਰਕੇ ਅਮੀਰ ਹੈ, ਇਹਦੇ ਕੋਲ ਧਨ ਨਹੀਂ, ਇਹ ਗਰੀਬ ਹੈ। ਭਾਈ
ਦਿਲ ਦੀ ਅਮੀਰੀ ਚਾਹੀਦੀ ਹੈ। ਜੇ ਬਹੁਤਾ ਵੀ ਧਨ ਹੋਵੇ ਨਾ ਤੇ ਦਿਲ ਦੇ ਵਿੱਚ ਅਮੀਰੀ ਨਹੀਂ, ਤੇ ਉਹਦੇ ਧਨ ਦੇ ਉਹਦੇ ਕੋਲ ਜਿਹੜਾ ਪਿਆ ਹੋਇਆ ਧਨ ਹੈ ਉਹ ਬੇਕਾਰ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਉਤਲੀਆਂ ਉਦਾਹਰਨਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ, ਕਿਸੇ ਕੋਲ ਬਹੁਤਾ ਧਨ ਹੋਵੇ, ਰਾਜ ਹੋਵੇ, ਮਾਲ ਹੋਵੇ, ਅਸਲ ਵਿੱਚ ਉਹਦੇ ਰਾਜ ਮਾਲ ਦਾ ਕਰਕੇ, ਉਹਦੀ ਜਾਤ ਦਾ, ਉਹਦੇ ਰੰਗ ਦਾ, ਉਹਦੇ ਨਸਲ ਦਾ ਕਰਕੇ ਜਿਹੜਾ ਵਾ ਮਨੁੱਖ ਉੱਚਾ ਤੇ ਨੀਵਾਂ ਨਹੀਂ, ਉੱਚਾ ਤੇ ਨੀਵਾਂ ਹੈ। ਉਹਦੇ ਅੰਦਰ ਜੇ ਪਾਪ ਹੈ ਤਾਂ ਉਹ ਨੀਵਾਂ ਹੈ, ਜੇ ਉਹਦੇ ਅੰਦਰ ਚੰਗੇ ਗੁਣ ਹਨ ਤੇ ਉਹ ਉੱਚਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੀ ਪੌੜੀ ਕਰਨੀ ਸੀ, ਹੁਣ ਕੱਲ੍ਹ ਨੂੰ ਕਰਾਂਗੇ। ਸਮਾਂ ਜਿਹੜਾ ਵਾ ਉਹ ਬਲਵਾਨ ਹੈ, ਇਸ ਕਰਕੇ ਦਾਸ ਇੱਥੇ ਹੀ ਖਿਮਾ ਦਾ ਜਾਜਕ ਹੈ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਸਾਹਿਬ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਅਗਲੇਰੀ ਜਿਹੜੀ ਹੈ ਵਿਚਾਰ ਆਪਣੇ